ਹੈਲੋ ਐਵਰੀਵਨ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਪੀਐਸ ਟੈਟ ਦੇ ਜੋ ਸਟੂਡੈਂਟਸ ਹੈ ਜਿਨ੍ਹਾਂ ਦੇ ਕੋਲ ਐਸਐਸਟੀ ਹੈ ਜੀ, ਉਹਨਾਂ ਸਟੂਡੈਂਟਸ ਨੂੰ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ। ਸੋ ਇਹਨਾਂ ਨੋਟਸ ਦੇ ਜ਼ਰੀਏ ਮੈਂ ਸਿਰਫ ਤੁਹਾਨੂੰ ਜਿਹੜੀ ਹੈ ਨੌਲੇਜ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੀ ਹਾਂ। ਜਿੰਨੀ ਵੀ ਨੌਲੇਜ ਹੈ ਮੇਰੇ ਕੋਲ, ਜਿੰਨਾ ਵੀ ਮੈਨੂੰ ਪਤਾ ਪੀਐਸ ਟੈਟ ਦੇ ਬਾਰੇ ਦੇ ਵਿੱਚ, ਤੁਹਾਡੇ ਨਾਲ ਜਿਹੜੀ ਨੌਲੇਜ ਹੈ ਜੀ ਉਹ ਮੈਂ ਸ਼ੇਅਰ ਕਰਦੀ ਹਾਂ ਤਾਂ ਜੋ ਤੁਹਾਡੀ ਵੀ ਜਿਹੜੀ ਹੈਲਪ ਹੈ ਉਹ ਹੋ ਸਕੇ। ਸੋ ਆਪਣੀਆਂ ਪੀਐਸ ਟੈਟ ਦੇ ਨਾਲ ਸੰਬੰਧਿਤ ਜੋ ਪਲੇਲਿਸਟ ਹੈ ਉਹ ਵੀ ਮੈਂ ਬਣਾ ਦਿੱਤੀਆਂ ਨੇ। ਸੋ ਟਾਈਮ ਟੂ ਟਾਈਮ ਜਿਵੇਂ ਵੀ ਵੀਡੀਓਜ਼ ਬਣਨਗੀਆਂ ਮੈਂ ਤੁਹਾਡੇ ਲਈ ਬਣਾ ਕੇ ਅਪਲੋਡ ਜ਼ਰੂਰ ਕਰਾਂਗੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਪੀਐਸ ਟੈਟ ਜਿਹੜੀ ਡੇਟ ਆ ਉਹ ਆਈ ਹੋਈ ਹੈ। ਸੋ ਉਹਦੇ ਨਾਲ ਸੰਬੰਧਿਤ ਹੈਗੀਆਂ ਜੀ ਇਹ ਵੀਡੀਓਜ਼ ਬਣਾ ਰਹੀ ਹਾਂ ਮੈਂ ਪੀਐਸ ਟੈਟ ਨਾਲ ਸੰਬੰਧਿਤ। ਅਤੇ ਇਹ ਹਿਸਟਰੀ ਦੀ ਜਿਹੜੀ ਸੈਕਿੰਡ ਵੀਡੀਓ ਹੋਵੇਗੀ। ਹਿਸਟਰੀ ਸਬਜੈਕਟ ਐਸਐਸਟੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਿਸਟਰੀ, ਜੀਓ ਅਤੇ ਪੋਲੀਟੀ ਅਤੇ ਪੈਡਾਗੋਜੀ ਹੋਊਗਾ, ਅਤੇ ਹਿਸਟਰੀ ਦੀ ਇਹ ਸੈਕਿੰਡ ਵੀਡੀਓ ਹੈ। ਹਿਸਟਰੀ ਦੀ ਨੌਲੇਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਦੇਵਾਂਗੀ। ਸੋ ਇੰਡੀਅਨ ਹਿਸਟਰੀ ਦੀ ਅੱਜ ਆਪਾਂ ਗੱਲ ਕਰਾਂਗੇ। ਕੱਲ੍ਹ ਆਪਾਂ ਹਿਸਟਰੀ ਦੀ ਜਿਹੜੀ ਫਸਟ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਕੀਤੀ ਸੀ। ਹਿਸਟਰੀ ਅਸਲ ਦੇ ਵਿੱਚ ਉਹ ਸਾਰਾ ਉਹਦੇ ਬਾਰੇ ਦੇ ਵਿੱਚ ਪੜ੍ਹਿਆ ਸੀ, ਉਹ ਕੀ ਹੈ, ਕੌਣ ਪਿਤਾਮਾ ਹੈ, ਉਹਦਾ ਫਾਦਰ ਕੌਣ ਹੈ ਨਾ, ਕਿਹਨੂੰ ਕੀ ਕਹਿੰਦੇ ਨੇ, ਹਿਸਟੋਰੀਅਨ ਕਿਹਨੂੰ ਕਹਿੰਦੇ ਨੇ, ਠੀਕ ਹੈ, ਹਿਸਟੋਗ੍ਰਾਫੀ ਕੌਣ ਹੁੰਦਾ ਹੈ। ਸੋ ਆਪਾਂ ਸਾਰਾ ਜਿਹੜਾ ਪੜ੍ਹਿਆ ਸੀ ਹੈ ਨਾ ਯੂਨਿਟ ਵੀਡੀਓ 1 ਦੇ ਵਿੱਚ। ਇਹ ਵੀਡੀਓ 2 ਹੈ ਅਤੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਇੰਡੀਅਨ ਹਿਸਟਰੀ ਦੀ। ਪਲੇਲਿਸਟ ਬਣੀ ਹੋਈ ਉਹਦੇ ਵਿੱਚ ਤੁਹਾਨੂੰ ਮਿਲ ਜੂਗੀ ਫਸਟ ਵੀਡੀਓ, ਸੈਕਿੰਡ ਆਪਾਂ ਇਹ ਵਾਲੀ ਅਪਲੋਡ ਹੋ ਰਹੀ ਹੈ, ਠੀਕ ਹੈ ਜੀ। ਇੰਡੀਅਨ ਹਿਸਟਰੀ ਹੈ ਜੀ, ਇਹਦੇ ਬਾਰੇ ਦੇ ਵਿੱਚ ਆਪਾਂ ਪੜ੍ਹਾਂਗੇ ਭਾਰਤੀ ਇਤਿਹਾਸ, ਕਿਉਂਕਿ ਜਿੰਨਾ ਵੀ ਪੀਐਸ ਟੈਟ ਹੈ ਉਹ ਸਾਰਾ ਇੰਡੀਅਨ ਹਿਸਟਰੀ ਦੇ ਵਿੱਚੋਂ ਹੀ ਜਿਹੜਾ ਕੁਐਸਚਨ ਹੈ ਉਹ ਪੁੱਛੇ ਜਾਂਦੇ ਨੇ। ਭਾਰਤੀ ਇਤਿਹਾਸ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਂਦੇ ਨੇ। ਸੋ ਇੰਡੀਅਨ ਹਿਸਟਰੀ ਹੈ ਜੀ, ਇਹ 3 ਪਾਰਟਸ ਦੇ ਵਿੱਚ ਵੰਡੀ ਹੋਈ ਹੈ। 3 ਭਾਗਾਂ ਦੇ ਵਿੱਚ ਇੰਡੀਅਨ ਹਿਸਟਰੀ ਹੈ ਇਹ ਵੰਡੀ ਹੋਈ ਹੈ 3 ਭਾਗਾਂ ਦੇ ਵਿੱਚ। ਅਤੇ ਇਹਨਾਂ ਭਾਗਾਂ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਭਾਗ ਹੈ, ਫਿਰ ਹੀ ਤੁਸੀਂ ਇੰਡੀਅਨ ਹਿਸਟਰੀ ਨੂੰ ਜਿਹੜਾ ਅੱਗੋਂ ਜਾ ਕੇ ਜਿਹੜਾ ਸਮਝ ਹੈ ਉਹ ਪਾਓਗੇ। ਕਿਉਂਕਿ ਪਰ ਜਿੰਨਾ ਟਾਈਮ ਤੁਹਾਨੂੰ ਜਿਹੜਾ ਬੇਸਿਕ ਜਿਹੜੀਆਂ ਚੀਜ਼ਾਂ ਉਹ ਕਲੀਅਰ ਨਹੀਂ ਹੋਣਗੀਆਂ ਉਹਨਾਂ ਟਾਈਮ ਤੁਸੀਂ ਹਿਸਟਰੀ ਨੂੰ ਸਮਝ ਨਹੀਂ ਸਕਦੇ। ਸੋ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਨੇ। ਸੋ ਇੰਡੀਅਨ ਹਿਸਟਰੀ ਦੀ ਗੱਲ ਕਰੀਏ, ਆਪਾਂ ਜ਼ਿਆਦਾ ਟਾਈਮ ਵੀ ਨਹੀਂ ਲਵਾਂਗੇ, ਆਪਾਂ ਪੁਆਇੰਟ ਟੂ ਪੁਆਇੰਟ ਗੱਲਾਂ ਹੀ ਆਪਾਂ ਜਿਹੜੀਆਂ ਕਰਾਂਗੇ। ਸੋ ਇੰਡੀਅਨ ਹਿਸਟਰੀ ਜਿਹੜੀ ਉਹ 3 ਪਾਰਟਸ ਦੇ ਵਿੱਚ ਆ। ਫਸਟ ਆ ਗਈ ਜੀ ਏਸ਼ੀਅੰਟ ਇੰਡੀਅਨ ਹਿਸਟਰੀ, ਠੀਕ ਹੈ ਜੀ। ਸੈਕਿੰਡ ਆ ਗਈ ਜੀ ਮੈਡੀਵਲ ਇੰਡੀਅਨ ਹਿਸਟਰੀ। ਥਰਡ ਆ ਗਈ ਜੀ ਮਾਡਰਨ ਇੰਡੀਅਨ ਹਿਸਟਰੀ। ਇਹ 3 ਭਾਗ ਹੈ ਜੀ, ਪ੍ਰਾਚੀਨ ਭਾਰਤੀ ਇਤਿਹਾਸ, ਮੱਧਕਾਲੀਨ ਭਾਰਤੀ ਇਤਿਹਾਸ ਅਤੇ ਆਧੁਨਿਕ ਭਾਰਤੀ ਇਤਿਹਾਸ। ਸੋ ਸਟੂਡੈਂਟਸ ਪੰਜਾਬੀ ਵਾਲੇ ਅਤੇ ਇੰਗਲਿਸ਼ ਵਾਲੇ ਆਪਦਾ ਨੋਟ ਕਰ ਸਕਦੇ ਆ। ਇਹ ਏਸ਼ੀਅਨ ਇੰਡੀਅਨ ਹਿਸਟਰੀ, ਮੈਡੀਵਲ ਇੰਡੀਅਨ ਹਿਸਟਰੀ ਅਤੇ ਮਾਡਰਨ ਇੰਡੀਅਨ ਹਿਸਟਰੀ, ਠੀਕ ਹੈ। 3 ਪਾਰਟਸ ਦੇ ਵਿੱਚ ਇੰਡੀਅਨ ਹਿਸਟਰੀ ਵੰਡੀ ਹੋਈ ਹੈ। ਇਹੀ ਜਿਹੜਾ ਸਾਰਾ ਕੁਛ ਆਪਾਂ ਜਿਹੜਾ ਪੜ੍ਹਨਾ ਪੀਐਸ ਟੈਟ ਦੇ ਵਿੱਚ ਹਿਸਟਰੀ ਦੇ ਵਿੱਚ, ਠੀਕ ਹੈ ਜੀ। ਪ੍ਰਾਚੀਨ ਭਾਰਤੀ ਇਤਿਹਾਸ, ਮੱਧਕਾਲੀਨ ਭਾਰਤੀ ਇਤਿਹਾਸ ਅਤੇ ਆਧੁਨਿਕ ਭਾਰਤੀ ਇਤਿਹਾਸ, ਠੀਕ ਹੈ ਜੀ। ਇਹ 3 ਪਾਰਟਸ ਦੇ ਵਿੱਚ ਵੰਡੀ ਹੋਈ। ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਕੁਐਸਚਨ ਹੈ ਬਣਦਾ, ਠੀਕ ਹੈ, ਅਤੇ ਇਹਨੂੰ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਸਮਾਂ ਕੀ ਹੈ ਜੀ। ਇਹਨਾਂ ਜਿਹੜਾ ਇਹ ਪਾਰਟਸ ਦੇ ਵਿੱਚ ਵੰਡੀ ਹੋਈ ਹੈ ਇਹਦਾ ਸਮਾਂ ਕੀ ਹੈ। ਸਮੇਂ ਦੀ ਆਪਾਂ ਗੱਲ ਕਰੀਏ ਤਾਂ ਇਹ ਅਨਨੋਨ ਤੋਂ ਲੈ ਕੇ 712 ਈਸਵੀ ਤੱਕ ਦਾ ਸਮਾਂ। ਪ੍ਰਾਚੀਨ ਭਾਰਤੀ ਜੋ ਇਤਿਹਾਸ ਹੈ ਜੀ ਇਹਦਾ ਜਿਹੜਾ ਸਮੇਂ ਦੀ ਜਿਹੜੀ ਸ਼ੁਰੂਆਤ ਨਹੀਂ ਪਤਾ ਆਪਾਂ ਨੂੰ, ਬਟ ਇਹ 712 ਈਸਵੀ ਤੱਕ ਹੈ। ਇਹਨੂੰ ਆਪਾਂ ਲਿਖ ਸਕਦੇ ਅਨਨੋਨ ਟੂ 712 ਈਸਵੀ, ਠੀਕ ਹੈ ਜੀ। ਇਹ 712 ਈਸਵੀ ਦਾ ਸਮਾਂ ਹੈ। ਉਸ ਤੋਂ ਅੱਗੇ ਆ ਗਿਆ ਜੀ ਮੱਧਕਾਲੀਨ ਭਾਰਤੀ ਇਤਿਹਾਸ। ਇਹ ਹੈਗਾ ਜੀ 713 ਈਸਵੀ ਤੋਂ 1707 ਈਸਵੀ ਦਾ ਸਮਾਂ। 713 ਈਸਵੀ ਤੋਂ 1707 ਈਸਵੀ ਦਾ ਸਮਾਂ। ਸੋ ਆਧੁਨਿਕ ਭਾਰਤੀ ਇਤਿਹਾਸ ਹੈਗਾ ਜੀ 1708 ਈਸਵੀ ਤੋਂ 1947 ਈਸਵੀ ਦਾ ਸਮਾਂ। ਸੋ ਇਹ 3 ਪਾਰਟਸ ਦੇ ਵਿੱਚ ਇੰਡੀਅਨ ਹਿਸਟਰੀ ਵੰਡੀ ਹੋਈ ਹੈ ਅਤੇ ਇਹ ਵਾਲਾ ਜਿਹੜਾ ਇਹਦਾ 3 ਪਾਰਟਸ ਹੈ ਅਤੇ ਇਹ ਵਾਲਾ ਸਮਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਅਨਨੋਨ ਟੂ 712,
712 ਈਸਵੀ ਤੋਂ 1707 ਈਸਵੀ ਤੇ ਫਿਰ 1708 ਤੋਂ 1947 ਈਸਵੀ। ਸੋ ਇਹ ਜਿਹੜੀ ਵੰਡ ਕੀਤੀ ਹੋਈ ਇੰਡੀਅਨ ਹਿਸਟਰੀ ਦੀ, ਇਹ ਕੁਝ ਜਿਹੜੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਕੀਤੀ ਹੋਈ ਹੈ, ਕੁਝ ਘਟਨਾਵਾਂ ਨੂੰ ਲੈ ਕੇ ਜਿਹੜੀ ਹੈ ਕੀਤੀ ਹੋਈ ਹੈ। ਠੀਕ ਹੈ ਜੀ। ਸੋ ਇੱਕੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਇੱਕੋ ਜਿਹਾ ਜਿਹੜਾ ਮਾਹੌਲ ਹੁੰਦਾ ਉਸ ਸਮੇਂ ਦਾ, ਉਹਨੂੰ ਇੱਕ ਜਿਹੜਾ ਪਾਰਟ ਦੇ ਵਿੱਚ ਜਿਹੜਾ ਪਾ ਦਿੱਤਾ ਗਿਆ ਹੈ ਨਾ। ਜਦੋਂ ਕੁਝ ਨਵਾਂ ਭਾਰਤ ਦੇ ਵਿੱਚ ਚੇਂਜ ਹੋਇਆ ਤਾਂ ਉਦੋਂ ਜਿਹੜੀ ਸੈਕਿੰਡ ਯੁੱਗ ਜਿਹੜੀ ਮਤਲਬ ਕਿ ਚੇਂਜ ਸਮਝਿਆ ਗਿਆ ਤੇ ਉਹਨੂੰ ਜਿਹੜਾ ਅਲੱਗ ਨਾਮ ਦੇ ਦਿੱਤਾ ਗਿਆ। ਠੀਕ ਹੈ। ਇਸ ਤਰੀਕੇ ਦੇ ਨਾਲ ਜਿਹੜੀ ਇੰਡੀਅਨ ਹਿਸਟਰੀ ਹੈ ਉਹਨੂੰ ਜਿਹੜਾ ਪਾਰਟਸ ਦੇ ਵਿੱਚ ਜਿਹੜਾ ਵੰਡਿਆ ਗਿਆ ਹੈ। ਠੀਕ ਹੈ। ਹੁਣ ਆਪਾਂ ਗੱਲ ਕਰ ਲੈਂਦੇ ਇਹੀ ਜਿਹੜੀ 3 ਪਾਰਟਸ ਹੈ ਇਹ ਕਿਉਂ ਵੰਡੀ ਗਈ ਹੈ, ਕੀ ਉਹਦੀਆਂ ਵਿਸ਼ੇਸ਼ਤਾਵਾਂ ਰਹੀਆਂ, ਕੀ ਘਟਨਾਵਾਂ ਘਟੀਆਂ ਸੀ ਜਿਹਦੇ ਕਰਕੇ 3 ਪਾਰਟਸ ਬਣੇ ਆ। 3 ਪਾਰਟਸ ਕਿਉਂ ਬਣਾਏ ਗਏ ਆ? ਤਾਂ ਜੋ ਸੌਖੇ ਤਰੀਕੇ ਦੇ ਨਾਲ ਜਿਹੜਾ ਹੈ ਇੰਡੀਅਨ ਹਿਸਟਰੀ ਨੂੰ ਜਿਹੜਾ ਸਮਝਿਆ ਜਾ ਸਕੇ। ਠੀਕ ਹੈ। ਤੇ ਜਿਹੜਾ ਵੀ PS ਟੈਟ ਦਾ ਜਿਹੜਾ ਸਿਲੇਬਸ ਹੈ ਨਾ ਜੀ, PS ਟੈਟ ਦੇ ਸਿਲੇਬਸ ਦੀ ਆਪਾਂ ਗੱਲ ਕਰੀਏ, ਇਹ ਸਾਰਾ ਜਿਹੜਾ ਜਿੰਨੇ ਵੀ ਤੁਹਾਨੂੰ ਕੁਐਸਚਨ ਆਉਣੇ ਨੇ ਇਹ ਸਾਰੀਆਂ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਆਉਣਗੇ, ਇਹਨਾਂ ਡੇਟਸ ਦੇ ਵਿੱਚੋਂ ਹੀ ਆਉਣਗੇ। ਅਨਨੋਨ ਤੋਂ ਲੈ ਕੇ 1947 ਈਸਵੀ ਤੱਕ ਦਾ ਜੋ ਹੈਗਾ ਨਾ ਜੀ ਸਮਾਂ, ਇਹਦੇ ਵਿੱਚੋਂ ਹੀ ਤੁਹਾਨੂੰ ਹਿਸਟਰੀ ਦੇ PS ਟੈਟ ਦੇ ਵਿੱਚ ਜਿਹੜੇ ਕੁਐਸਚਨ ਆਉਣਗੇ। 1947 ਤੋਂ ਲੈ ਕੇ ਜਿਹੜਾ ਹੁਣ ਤੱਕ ਦਾ ਸਮਾਂ ਹੈ ਨਾ 2024, ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਨਹੀਂ ਆਉਣਗੇ, ਤੁਹਾਨੂੰ 1947 ਤੱਕ ਹੀ ਜਿਹੜੇ ਕੁਐਸਚਨ ਹੈ ਉਹ ਆਉਣੇ ਆ। ਠੀਕ ਹੈ। ਬਹੁਤ ਘੱਟ ਚਾਂਸ ਹੈ ਉੱਧਰ, ਵੈਸੇ ਤੁਹਾਡੇ ਸਿਲੇਬਸ ਦੇ ਵਿੱਚ ਹੈ ਹੀ ਨਹੀਂ 1947 ਤੱਕ ਹੀ ਹੈ। ਠੀਕ ਹੈ। 1947 ਤੋਂ 2024 ਇਹ ਕੰਟੈਂਪਰੇਰੀ ਆ ਜਾਂਦਾ ਇੰਡੀਅਨ ਹਿਸਟਰੀ। ਸੋ ਇਹਦੇ ਵਿੱਚੋਂ ਜਿਹੜੇ ਕੁਐਸਚਨ ਨਹੀਂ ਹੈ ਤੁਹਾਡੇ 1947 ਤੱਕ ਹੀ ਨੇ। ਸੋ ਅਨਨੋਨ ਤੋਂ ਲੈ ਕੇ 1947 ਤੱਕ ਦਾ ਸਮਾਂ ਇਸ ਇਤਿਹਾਸ ਦੇ ਬਾਰੇ ਦੇ ਵਿੱਚ ਜਿਹੜਾ ਪੜ੍ਹਨਾ ਹੈ ਤੁਸੀਂ ਆਪਣੇ ਇਸ PS ਟੈਟ ਦੇ ਲਈ। ਸੋ ਫਸਟ ਆਪਾਂ ਗੱਲ ਕਰ ਲੈਂਦੇ ਹਾਂ ਜੀ, ਪ੍ਰਾਚੀਨ ਭਾਰਤੀ ਇਤਿਹਾਸ ਕੀ ਹੈ, ਏਸ਼ੀਅੰਟ ਇੰਡੀਅਨ ਹਿਸਟਰੀ ਕੀ ਹੈ। ਇਹਦਾ ਸਮਾਂ ਤਾਂ ਤੁਹਾਨੂੰ ਮੈਂ ਦੱਸ ਹੀ ਆਈ ਹਾਂ, ਅਨਨੋਨ ਤੋਂ 712 ਹੈ ਜੀ। ਠੀਕ ਹੈ ਜੀ। ਇਹ ਜਿਹੜਾ ਸਮਾਂ ਸੀ ਇਸ ਸਮੇਂ ਦੇ ਵਿੱਚ ਲੋਕਲ ਰਾਜਿਆਂ ਦਾ ਰਾਜ ਹੁੰਦਾ ਸੀ, ਮਤਲਬ ਉੱਥੋਂ ਦੇ ਜਿਹੜੇ ਲੋਕ ਸੀ, ਉੱਥੋਂ ਦੇ ਜਿਹੜੇ ਰਾਜੇ ਸੀ, ਉਹਨਾਂ ਦਾ ਹੀ ਜਿਹੜਾ ਰਾਜ ਹੈ ਉਹ ਹੋਇਆ ਕਰਦਾ ਸੀ। ਇਸ ਕਰਕੇ ਇਹਨੂੰ ਪ੍ਰਾਚੀਨ ਭਾਰਤੀ ਇਤਿਹਾਸ ਕਹਿੰਦੇ ਆ। ਲੋਕਲ ਰਾਜਿਆਂ ਦਾ ਰਾਜ ਸੀਗਾ। ਕਿਹੜੇ ਕਿਹੜੇ ਰਾਜੇ ਹੁੰਦੇ ਸੀ ਉਸ ਟਾਈਮ ਦੇ ਵਿੱਚ? ਜੇਕਰ ਆਪਾਂ ਗੱਲ ਕਰੀਏ ਤਾਂ 16 ਮਹਾਜਨ ਪਦ ਜਿਨ੍ਹਾਂ ਦੇ ਵਿੱਚ ਕੁਸ਼ਾਲ, ਮਗਧ, ਤਕਸ਼ੀਲਾ ਸੀਗੇ। ਮੌਰੀਆ ਰਾਜ ਸੀ, ਚੰਦਰਗੁਪਤ ਮੌਰੀਆ। ਗੁਪਤ ਰਾਜ ਹੋਇਆ ਕਰਦਾ ਸੀ, ਕੁਸ਼ਾਣ ਵੰਸ਼ ਸੀ, ਵਰਧਨ ਵੰਸ਼ ਸੀ। ਇਹ ਵਾਲੇ ਜਿਹੜੇ ਸੀ ਨਾ ਰਾਜੇ ਇੰਡੀਆ ਦੇ ਵਿੱਚ, ਇਹ ਸਾਰੇ ਜਿਹੜੇ ਲੋਕਲ ਰਾਜੇ ਸੀਗੇ। ਠੀਕ ਹੈ ਜੀ। 16 ਮਹਾਨ ਪਦ ਜਿਹਦੇ ਵਿੱਚ ਕੁਸ਼ਾਲ, ਮਗਧ, ਤਕਸ਼ੀਲਾ ਆ ਗਏ, ਚੰਦਰਗੁਪਤ ਮੌਰੀਆ, ਕਨਿਸ਼, ਹਰਸ਼ਵਰਧਨ, ਇਹ ਸਾਰੇ ਜਿਹੜੇ ਲੋਕਲ ਰਾਜ ਹੋਇਆ ਕਰਦੇ ਸੀ। ਠੀਕ ਹੈ। ਲੋਕਲ ਰਾਜਿਆਂ ਦਾ ਰਾਜ ਸੀ। ਹੁਣ ਇਹਨਾਂ ਰਾਜਿਆਂ ਦਾ ਜਿਹੜਾ ਅੰਤ ਹੋ ਗਿਆ, ਇਹਨਾਂ ਰਾਜਿਆਂ ਦੇ ਰਾਜ ਦਾ ਅੰਤ ਹੋ ਗਿਆ। ਅੰਤ ਕਿਵੇਂ ਹੋਇਆ? 1712 ਈਸਵੀ ਤੇ ਜਿਹੜਾ ਭਾਰਤ ਤੇ ਜਿਹੜਾ ਪਹਿਲਾ ਹਮਲਾ ਹੋਇਆ ਸੀ। 1712 ਈਸਵੀ ਯਾਦ ਰੱਖਣਾ ਕਿ ਭਾਰਤ ਤੇ ਪਹਿਲਾ ਹਮਲਾ ਕਦੋਂ ਹੋਇਆ ਸੀ? 1712 ਈਸਵੀ ਦੇ ਵਿੱਚ। ਤੇ ਇਹ ਹਮਲਾ ਜਿਹੜਾ ਸੀ ਇਹ ਮੁਹੰਮਦ ਬਿਨ ਕਾਸਿਮ ਦੇ ਦੁਆਰਾ ਕੀਤਾ ਗਿਆ ਸੀਗਾ। ਮੁਹੰਮਦ ਬਿਨ ਕਾਸਿਮ ਦੇ ਦੁਆਰਾ ਹਮਲਾ ਕੀਤਾ ਗਿਆ ਸੀ। ਪਹਿਲਾ ਹਮਲਾ ਮੁਹੰਮਦ ਬਿਨ ਕਾਸਿਮ ਸੀ ਜੋ ਇਹ ਸਾਊਦੀ ਅਰਬ ਤੋਂ ਆਇਆ ਸੀਗਾ। ਠੀਕ ਹੈ ਜੀ। ਸਾਊਦੀ ਅਰਬ ਦਾ ਸੀਗਾ, ਇਹ ਸਾਊਦੀ ਅਰਬ ਤੋਂ ਆਇਆ ਸੀ। ਇਹਨੇ ਹਮਲਾ ਕਰ ਦਿੱਤਾ ਸਿੰਧ ਤੇ ਇਹਨੇ ਹਮਲਾ ਕੀਤਾ ਸੀ। ਤੇ ਸਿੰਧ ਦੇ ਵਿੱਚ ਉਸ ਟਾਈਮ ਦੇ ਵਿੱਚ ਹਿੰਦੂ ਰਾਜ ਸੀਗਾ। ਠੀਕ ਹੈ। ਤੇ ਸਿੰਧ ਦੇ ਰਾਜੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਰਾਜੇ ਦਾ ਨਾਮ ਦਾਹਿਰ ਸੀਗਾ। ਦਾਹਿਰ, ਇਹਨੂੰ ਜਿਹੜਾ ਹਰਾ ਦਿੱਤਾ ਸੀ ਮੁਹੰਮਦ ਬਿਨ ਕਾਸਿਮ ਨੇ। ਠੀਕ ਹੈ। ਤੇ ਜਦੋਂ ਹਰਾ ਦਿੱਤਾ ਤੇ ਫਿਰ ਇੱਥੇ ਜਿਹੜਾ ਸੀ ਮੁਹੰਮਦ ਬਿਨ ਕਾਸਿਮ ਦੀ ਜਿਹੜਾ ਇਹ ਰਾਜ ਹੋ ਗਿਆ ਸੀ ਨਾ, ਮੁਗਲਾਂ ਦੀ ਰਾਜ ਦੀ ਜਿਹੜੀ ਇਸਲਾਮਿਕ ਇਹਨਾਂ ਦੇ ਜਿਹੜੇ ਰਾਜ ਦੀ ਜਿਹੜੀ ਸ਼ੁਰੂਆਤ ਹੈ ਉਹ ਇੱਥੇ ਜਿਹੜੀ ਹੈ ਹੋ ਗਈ ਸੀਗੀ। ਠੀਕ ਹੈ। ਮੁਹੰਮਦ ਬਿਨ ਕਾਸਿਮ ਦੀ ਜਿੱਤ ਹੋਈ ਸੀ ਤੇ ਦਾਹਿਰ ਦੀ ਜਿਹੜੀ ਇੱਥੇ ਹਾਰ ਹੋਈ ਸੀ ਤੇ ਵਿਦੇਸ਼ੀਆਂ ਦੇ ਰਾਜ ਦੀ ਇੱਥੇ ਜਿਹੜੀ ਸ਼ੁਰੂਆਤ ਹੋ ਗਈ ਸੀ। ਠੀਕ ਹੈ। ਇਹ ਪਹਿਲਾ ਜਿਹੜਾ ਵਿਦੇਸ਼ੀ ਹਮਲਾ ਸੀ ਤੇ ਵਿਦੇਸ਼ੀਆਂ ਦੇ ਰਾਜ ਦੀ ਜਿਹੜੀ ਇੱਥੇ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀਗੀ। ਠੀਕ ਹੈ ਜੀ। ਕੀ ਸੀਗਾ ਇੱਥੇ? ਲੋਕਲ ਰਾਜਿਆਂ ਦਾ ਰਾਜ ਸੀ। ਇਹ ਵਾਲੇ ਜਿਹੜੇ ਰਾਜੇ ਸੀ ਉਸ ਟਾਈਮ ਦੇ। ਠੀਕ ਹੈ। 1712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਨੇ ਹਮਲਾ ਕਰ ਦਿੱਤਾ। ਮੁਹੰਮਦ ਬਿਨ ਕਾਸਿਮ ਸਾਊਦੀ ਅਰਬ ਤੋਂ ਸੀਗਾ। ਉਹਨੇ ਸਿੰਧ ਤੇ ਹਮਲਾ ਕੀਤਾ ਸੀ। ਸਿੰਧ ਤੇ ਜਿਹੜਾ ਸੀਗਾ ਹਿੰਦੂ ਰਾਜ ਸੀ ਉਸ ਟਾਈਮ ਦੇ, ਦਾਹਿਰ ਰਾਜਾ ਸੀ ਉਦੋਂ ਦਾ, ਉਹਨੂੰ ਹਰਾ ਦਿੱਤਾ ਸੀ ਤੇ ਵਿਦੇਸ਼ੀਆਂ ਦੇ ਰਾਜ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਗਈ ਸੀ। ਨਕਸ਼ੇ ਦੀ ਗੱਲ ਕਰੀਏ ਤਾਂ ਜਿਹੜਾ ਸਿੰਧ, ਜਿਹੜਾ ਮੁਲਤਾਨ ਹੈ ਉਹ ਇੱਧਰੋਂ ਤੇ ਇੱਧਰੋਂ ਜਿਹੜਾ ਇਹ ਹਮਲਾ ਇਹ ਹੋਇਆ ਸੀਗਾ। ਠੀਕ ਹੈ ਜੀ। ਨੈਕਸਟ ਆ ਜਾਓ ਜੀ।
ਹੁਣ ਆ ਗਿਆ ਜੀ ਮੱਧਕਾਲੀਨ ਭਾਰਤੀ ਇਤਿਹਾਸ। ਮੱਧਕਾਲੀਨ ਭਾਰਤੀ ਇਤਿਹਾਸ ਕਦੋਂ ਸੀ? 713 ਈਸਵੀ ਤੋਂ ਲੈ ਕੇ 1707 ਈਸਵੀ ਦਾ ਸਮਾਂ ਸੀਗਾ ਜੀ। ਜਿਸ ਸਮੇਂ ਵਿੱਚ ਭਾਰਤੀਆਂ ਤੇ ਜ਼ਮੀਨੀ ਖੇਤਰਾਂ ਤੋਂ ਹਮਲੇ ਹੋਏ। ਭਾਰਤੀ ਲਿਖਿਆ, ਭਾਰਤੀਆਂ ਕਰ ਲਓ ਇੱਥੇ। ਜਿਸ ਸਮੇਂ ਵਿੱਚ ਭਾਰਤੀਆਂ ਤੇ ਜਿਹੜੇ ਸੀ ਜ਼ਮੀਨੀ ਖੇਤਰ ਤੋਂ ਹਮਲੇ ਹੋਏ, ਜਦੋਂ ਮੁਹੰਮਦ ਬਿਨ ਕਾਸਿਮ ਨੇ ਹਮਲਾ ਕਰ ਦਿੱਤਾ, ਜੋ ਕਿ ਸਾਊਦੀ ਅਰਬ ਤੋਂ ਸੀ, ਸਿੰਧ ਤੇ। ਜਦੋਂ ਉਹਨੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਿਹੜੀਆਂ ਬਹੁਤ ਸਾਰੇ ਜਿਹੜੇ ਹਮਲੇ ਆ ਉਹ ਭਾਰਤ ਤੇ ਜਿਹੜੇ ਹੋਣੇ ਆ ਉਹ ਸਟਾਰਟ ਹੋ ਗਏ। ਠੀਕ ਹੈ, ਉਹ ਫਸਟ ਸੀ। ਉਸ ਤੋਂ ਬਾਅਦ ਸਾਰਿਆਂ ਨੇ ਜਿਹੜੇ ਹਮਲੇ ਕਰਨੇ ਉਹ ਸਟਾਰਟ ਹੈ ਉਹ ਕਰ ਦਿੱਤੇ, ਤੇ ਜਿੰਨੇ ਵੀ ਹਮਲੇ ਹੋਏ ਸੀ ਉਹ ਜ਼ਮੀਨੀ ਖੇਤਰ ਤੋਂ ਹੋਏ ਸੀ। ਠੀਕ ਹੈ, ਪੰਜਾਬ ਦੇ ਵਿੱਚ ਉਹ ਜਿਹੜਾ ਲੰਘਦੇ ਰਹੇ। ਠੀਕ ਹੈ, ਜ਼ਮੀਨੀ ਖੇਤਰ ਤੋਂ ਹਮਲੇ ਹੋਏ ਸੀਗੇ, ਜਿੰਨੇ ਵੀ ਹੋਏ ਸੀ। ਜ਼ਮੀਨਾਂ ਸੀ ਤਾਂ ਉਧਰਲੀ ਸਾਈਡ ਤੋਂ ਜਿਹੜੇ ਹਮਲੇ ਹੋਏ ਸੀ ਜ਼ਮੀਨੀ ਖੇਤਰ ਤੋਂ ਹਮਲੇ ਹੋਏ ਸੀ। ਸੋ ਕਿੰਨਾ ਨੇ ਹਮਲੇ ਕੀਤੇ ਜੀ ਭਾਰਤ ਤੇ? 1000 ਤੋਂ 1026 ਦੇ ਵਿੱਚ ਮੁਹੰਮਦ ਗਜ਼ਨਵੀ ਨੇ ਹਮਲਾ ਕੀਤਾ, 17 ਵਾਰ ਹਮਲਾ ਹੋਇਆ ਸੀ। 1000 ਤੋਂ 1026 ਦੇ ਵਿੱਚ ਮੁਹੰਮਦ ਗਜ਼ਨਵੀ ਨੇ ਹਮਲਾ ਕੀਤਾ ਸੀ, 17 ਵਾਰ ਹਮਲਾ ਹੋਇਆ ਸੀ। 1175 ਤੋਂ 1206 ਦੇ ਵਿੱਚ ਮੁਹੰਮਦ ਗੌਰੀ ਨੇ ਹਮਲਾ ਕੀਤਾ ਸੀ, 5 ਵਾਰ ਹਮਲਾ ਹੋਇਆ ਸੀ। 1398 ਦੇ ਵਿੱਚ ਜਿਹੜਾ ਸੀ ਉਹ ਤੈਮੂਰ ਨੇ ਜਿਹੜਾ ਹਮਲਾ ਹੈ ਉਹ ਇੰਡੀਆ ਤੇ ਕੀਤਾ ਸੀਗਾ। ਨੈਕਸਟ ਆ ਜਾਓ ਜੀ। ਮੁਹੰਮਦ ਬਿਨ ਕਾਸਿਮ ਤੋਂ ਬਾਅਦ ਜਿਹੜੇ ਹਮਲੇ ਬਹੁਤ ਜ਼ਿਆਦਾ ਹੋਏ, ਹਮਲਿਆਂ ਦੀ ਲੜੀ ਸ਼ੁਰੂ ਹੋ ਗਈ ਸੀ ਉਸ ਟਾਈਮ ਤੇ। ਮੱਧ ਜੇਕਰ ਆਪਾਂ ਕਾਲ ਦੀ ਗੱਲ ਕਰੀਏ ਤਾਂ ਕਿਹੜੇ ਰਾਜੇ ਸੀ ਉਸ ਟਾਈਮ ਦੇ ਵਿੱਚ ਜਿਨ੍ਹਾਂ ਨੇ ਰਾਜ ਕੀਤਾ, ਹੈ ਨਾ, ਜਿਨ੍ਹਾਂ ਦਾ ਰਾਜ ਰਿਹਾ ਇੱਥੇ। ਠੀਕ ਹੈ, ਦਿੱਲੀ ਸਲਤਨਤ ਸੀਗਾ। ਠੀਕ ਹੈ, ਜਿਹਦੇ ਵਿੱਚ ਦਾਸ ਵੰਸ਼ ਨੇ ਕੀਤਾ ਜੀ। ਮੱਧਕਾਲ ਦੇ ਵਿੱਚ ਖਿਲਜੀ ਵੰਸ਼ ਸੀਗਾ, ਤੁਗਲਕ ਵੰਸ਼ ਸੀ, ਲੋਧੀ ਵੰਸ਼ ਸੀਗਾ। ਠੀਕ ਹੈ, ਇਹ 1206 ਤੋਂ ਲੈ ਕੇ 1526 ਈਸਵੀ ਤੱਕ ਸੀ ਦਿੱਲੀ ਸਲਤਨਤ ਨੇ ਰਾਜ ਕੀਤਾ। ਠੀਕ ਹੈ, ਇਹ ਵਿਦੇਸ਼ੀ ਸਾਰੇ ਜਿਹੜੇ ਸੀ ਇਸਲਾਮ ਧਰਮ ਨੂੰ ਜਿਹੜੇ ਮੰਨਣ ਵਾਲੇ ਸੀਗੇ। ਠੀਕ ਹੈ, ਇਸਲਾਮ ਧਰਮ ਨੂੰ ਮੰਨਣ ਵਾਲੇ ਸੀਗੇ ਮੁਗਲ ਸੀਗੇ। ਠੀਕ ਹੈ ਜੀ, ਇਸਲਾਮ ਧਰਮ ਨੂੰ ਇਹ ਮੰਨਣ ਵਾਲੇ ਸੀ ਦਿੱਲੀ ਸਲਤਨਤ ਵਾਲੇ। ਠੀਕ ਹੈ ਜੀ, ਦਾਸ ਵੰਸ਼, ਖਿਲਜੀ, ਤੁਗਲਕ, ਲੋਧੀ ਇਹਨਾਂ ਦਾ ਰਾਜ ਰਿਹਾ। ਫਿਰ ਮੁਗਲ ਸਲਤਨਤ ਸੀਗੀ, ਇਹਦਾ ਵੀ ਰਾਜ ਰਿਹਾ ਇਸ ਸਮੇਂ, ਇਸ ਟਾਈਮ ਪੀਰੀਅਡ ਦੇ ਵਿੱਚ। ਠੀਕ ਹੈ, ਮੁਗਲ ਸਲਤਨਤ ਇਹਦੇ ਵਿੱਚ ਕੀ ਸੀ? ਇਹਦਾ ਜਿਹੜਾ ਰਿਹਾ ਰਾਜ ਇਹ 1526 ਤੋਂ 1707 ਈਸਵੀ ਤੱਕ ਰਿਹਾ। ਦਿੱਲੀ ਸਲਤਨਤ ਸੀ ਉਹ 1206 ਤੋਂ 1526 ਰਹੀ ਹੈ। ਮੁਗਲ ਸਲਤਨਤ 1526 ਤੋਂ 1707। ਠੀਕ ਹੈ, ਇਹ ਇਸਲਾਮ ਧਰਮ ਨਾਲ ਸੰਬੰਧਿਤ ਜਿਹੜੇ ਰਾਜੇ ਸੀਗੇ ਜਿੰਨੇ ਵੀ ਸੀਗੇ। ਸੋ ਇੱਥੇ ਜਿਹੜੀ ਇਸ ਯੁੱਗ ਦੀ ਜਿਹੜੀ ਆ ਮੱਧਕਾਲੀਨ ਜਿਹੜਾ ਇਤਿਹਾਸ ਦੀ ਆਪਾਂ ਗੱਲ ਕਰੀਏ ਤਾਂ ਇਹਦਾ ਅੰਤ ਕਿਵੇਂ ਹੋਇਆ? ਅੰਤ ਕਿਵੇਂ ਹੋਇਆ? ਜਦੋਂ ਮੁਗਲ ਸਲਤਨਤ ਸੀਗੀ, ਇਹਦਾ ਇੱਕ ਜਿਹੜਾ ਸ਼ਕਤੀਸ਼ਾਲੀ ਰਾਜਾ ਸੀਗਾ ਔਰੰਗਜ਼ੇਬ, ਰਾਜਾ ਔਰੰਗਜ਼ੇਬ ਸੀ ਮੁਗਲਾਂ ਦਾ। ਇਹਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਇਹਦੇ ਨਾਲ ਹੀ ਜਿਹੜਾ ਮੱਧਕਾਲੀਨ ਭਾਰਤੀ ਇਤਿਹਾਸ ਦਾ ਜਿਹੜਾ ਅੰਤ ਹੈ ਉਹ ਹੋ ਜਾਂਦਾ ਹੈ, ਕਿਉਂਕਿ ਬਾਕੀ ਰਾਜੇ ਸੀ ਉਹ ਬਹੁਤ ਹੀ ਜ਼ਿਆਦਾ ਵੀਕ ਸੀ। ਉਹਨਾਂ ਦੀ ਕੋਈ ਵੀ ਜਿਹੜੀ ਹੈ ਮਤਲਬ ਕਿ ਔਰੰਗਜ਼ੇਬ ਸੀ ਜਿਹੜਾ ਇਹੀ ਇੱਕ ਜਿਹੜਾ ਰਾਜਾ ਸੀ ਜਿਹੜਾ ਸ਼ਕਤੀਸ਼ਾਲੀ ਸੀ। ਬਾਕੀ ਜਿਹੜੇ ਨਾਮ ਮਾਤਰ ਜਿਹੇ ਹੀ ਰਾਜੇ ਸੀਗੇ। ਠੀਕ ਹੈ, ਤੇ ਜਦੋਂ ਇਹਦੀ ਮੌਤ ਹੋ ਗਈ ਤੇ ਇਹਦੇ ਨਾਲ ਹੀ, ਕਿਉਂਕਿ ਇਹ ਬਹੁਤ ਸ਼ਕਤੀਸ਼ਾਲੀ ਸੀ, ਜਦੋਂ ਇਹਦੀ ਮੌਤ ਹੋ ਗਈ ਤੇ ਇਹਦੇ ਨਾਲ ਹੀ ਜਿਹੜਾ ਅੰਤ ਹੋ ਗਿਆ ਮੱਧਕਾਲੀਨ ਭਾਰਤੀ ਇਤਿਹਾਸ ਦਾ। ਠੀਕ ਹੈ, ਸੋ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਹੁਣ ਜਦੋਂ ਇਹਦਾ ਅੰਤ ਹੋ ਗਿਆ ਤੇ ਫਿਰ ਆਧੁਨਿਕ ਭਾਰਤੀ ਇਤਿਹਾਸ ਦਾ ਆਰੰਭ ਹੋ ਗਿਆ। ਠੀਕ ਹੈ, 1708 ਈਸਵੀ ਤੋਂ ਲੈ ਕੇ 1947 ਈਸਵੀ ਤੱਕ ਦਾ ਸਮਾਂ ਸੀਗਾ। ਠੀਕ ਹੈ, ਤੇ ਇਹ ਸਮੇਂ ਇਹ ਉਹ ਇਤਿਹਾਸ ਹੈ ਜਿਸ ਸਮੇਂ ਸਾਡੇ ਦੇਸ਼ ਵਿੱਚ ਜਿਹੜੇ ਲੋਕ ਸੀ ਉਹ ਸਮੁੰਦਰੀ ਇਲਾਕਿਆਂ ਰਾਹੀਂ ਆਏ ਸੀ। ਮਤਲਬ ਕਿ ਸਮੁੰਦਰੀ ਇਲਾਕਿਆਂ ਦੇ ਰਾਹੀਂ ਜਿਹੜੇ ਲੋਕ ਹੈ ਉਹ ਆਏ ਸੀਗੇ। ਠੀਕ ਹੈ, ਸਮੁੰਦਰੀ ਇਲਾਕਿਆਂ ਰਾਹੀਂ ਆਉਣਾ ਲੋਕਾਂ ਨੇ ਜਿਹੜਾ ਸ਼ੁਰੂਆਤ ਹੈ ਉਹ ਕਰ ਦਿੱਤੀ ਸੀਗੀ। ਠੀਕ ਹੈ, ਉਹਨੂੰ ਜਿਹੜਾ ਆਧੁਨਿਕ ਭਾਰਤੀ ਇਤਿਹਾਸ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ ਜਦੋਂ ਲੋਕ ਜਿਹੜੇ ਸੀ ਸਾਡੇ ਦੇਸ਼ ਵਿੱਚ ਐਂਟਰ ਕਰਨੇ ਸਟਾਰਟ ਹੋ ਗਏ ਸਮੁੰਦਰੀ ਇਲਾਕਿਆਂ ਦੇ ਰਾਹੀਂ। ਸੈਕਿੰਡ ਆ ਗਿਆ, ਇਹ ਉਹ ਸਮਾਂ ਕਾਲ ਵੀ ਆ ਕਿ ਜਦੋਂ ਵਿਦੇਸ਼ੀ ਵਪਾਰ ਕਰਨ ਦੇ ਲਈ ਜਿਹੜੇ ਵਿਦੇਸ਼ੀ ਸੀ ਜਿਹੜਾ ਉਹ ਵਪਾਰ ਕਰਨ ਦੇ ਲਈ ਭਾਰਤ ਦੇ ਵਿੱਚ ਆਏ ਸੀ, ਪਰ ਭਾਰਤ ਵਿੱਚ ਆ ਕੇ ਉਹਨਾਂ ਨੇ ਵਪਾਰ ਦੇ ਨਾਲ ਆਪਣੇ ਜਿਹੜੇ ਰਾਜ ਜਿਹੜੇ ਸਥਾਪਿਤ ਆ ਉਹ ਕਰ ਲਏ ਸੀਗੇ। ਤੇ ਸਭ ਤੋਂ ਜ਼ਿਆਦਾ ਜਿਹੜੇ ਯੂਰਪੀਅਨ ਜਿਹੜੇ ਲੋਕ ਸੀਗੇ ਉਹ ਆਏ ਸੀਗੇ ਵਪਾਰ ਕਰਨ, ਤੇ ਉਹਨਾਂ ਨੇ ਜਿਹੜਾ ਕਬਜ਼ਾ ਹੈ ਉਹ ਭਾਰਤ ਦੇ ਉੱਪਰ ਕਰ ਲਿਆ ਸੀ। ਸੋ ਆਧੁਨਿਕ ਭਾਰਤੀ ਇਤਿਹਾਸ ਵਿੱਚ ਉਹ ਸਮਾਂ ਕਾਲ ਜਿਸ ਵਿੱਚ ਵਿਦੇਸ਼ੀ ਵਪਾਰ ਕਰਨ ਆਏ ਸੀ ਤੇ ਉਹਨਾਂ ਨੇ ਆਪਣਾ ਰਾਜ ਜਿਹੜਾ ਸਥਾਪਿਤ ਕਰ ਲਿਆ ਸੀ, ਤੇ ਯੂਰਪੀਅਨ ਸਭ ਤੋਂ ਜ਼ਿਆਦਾ ਜਿਹੜੇ ਆਏ ਸੀਗੇ। ਸੋ ਕਿਹੜੇ ਭਾਰਤ ਦੇ ਵਿੱਚ ਆਏ ਸੀ? ਜੇਕਰ ਆਪਾਂ ਗੱਲ ਕਰੀਏ, ਪੁਰਤਗਾਲ ਆਏ ਸੀ ਜਿਹਦੇ ਵਿੱਚ ਵਾਸਕੋ ਡੀ ਗਾਮਾ ਆਇਆ ਸੀਗਾ, ਡੱਚ ਆਏ ਆ। ਠੀਕ ਹੈ, ਇੰਡੀਆ ਦੇ ਵਿੱਚ ਡੈਨਿਸ਼ ਆਏ ਆ, ਫਰਾਂਸੀਸੀ ਆਏ, ਇੰਗਲਿਸ਼ ਮਤਲਬ ਅੰਗਰੇਜ਼ ਆਏ ਨੇ। ਠੀਕ ਹੈ ਜੀ, ਉਹ ਸਮਾਂ ਜਿਸ ਵਿੱਚ ਯੂਰਪੀਅਨਾਂ ਨੇ ਰਾਜ ਕੀਤਾ, ਯੂਰਪੀਅਨ ਜੋ ਲੋਕ ਸੀ ਉਹਨਾਂ ਨੇ ਰਾਜ ਕੀਤਾ। ਠੀਕ ਹੈ, ਅੰਗਰੇਜ਼ਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਰਾਜ ਹੈ ਉਹ ਕੀਤਾ, ਹੈ ਨਾ।
1947 ਦੇ ਵਿੱਚ ਜਦੋਂ ਦੇਸ਼ ਜਿਹੜਾ ਆਜ਼ਾਦ ਹੋ ਗਿਆ ਨੇ, ਉਹਨੇ ਸੁਤੰਤਰਤਾ ਪ੍ਰਾਪਤ ਕਰ ਲਈ, ਤਾਂ ਉਦੋਂ ਜਿਹੜਾ ਇੱਕ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਲੋਕਾਂ ਨੇ, ਇਹਦੇ ਤੋਂ ਜਿਹੜੀ ਆਜ਼ਾਦੀ ਜਿਹੜੇ ਆ ਲੋਕਾਂ ਨੂੰ ਜਿਹੜੀ ਮਿਲੀ ਹੈ, ਤੇ ਉਦੋਂ ਜਿਹੜਾ ਆਧੁਨਿਕ ਭਾਰਤੀ ਇਤਿਹਾਸ ਦਾ ਜਿਹੜਾ ਅੰਤ ਹੈ ਉਹ ਹੋ ਗਿਆ ਸੀਗਾ। ਠੀਕ ਹੈ ਜੀ, ਆਧੁਨਿਕ ਭਾਰਤੀ ਇਤਿਹਾਸ ਦਾ ਜਿਹੜਾ ਅੰਤ ਹੈ ਉਹ ਹੋਇਆ ਸੀਗਾ। ਤੇ ਉਸ ਤੋਂ ਬਾਅਦ 1947 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਸਮਾਂ ਹੈ ਨਾ, 2024 ਤੱਕ, ਅੱਜ ਦਾ ਦਿਨ ਤੱਕ ਦਾ ਸਮਾਂ ਹੈ ਜੋ, ਸੋ ਇਹ ਸਮਕਾਲੀ ਇਤਿਹਾਸ ਇਹਨੂੰ ਕਹਿੰਦੇ ਆ। ਤੇ ਇਹ ਆਪਣੇ ਸਿਲੇਬਸ PS ਸਟਾਰਟ ਦੇ ਵਿੱਚ ਹੈ ਨਹੀਂਗਾ। ਆਪਾਂ ਜਿੰਨਾ ਵੀ ਸਿਲੇਬਸ ਪੜ੍ਹਨਾ ਉਹ ਅਨਨੋਨ ਤੋਂ ਲੈ ਕੇ 1947 ਤੱਕ ਦਾ ਹੀ ਆਪਣਾ ਸਿਲੇਬਸ ਹੈਗਾ ਹੈ। ਠੀਕ ਹੈ ਜੀ, ਤੁਹਾਨੂੰ ਸਿਰਫ ਇਨਫੋਰਮੇਸ਼ਨ ਦੇਣਾ ਮੇਰਾ ਮਕਸਦ ਹੈ। ਠੀਕ ਹੈ, ਤੁਹਾਡੀ ਹੈਲਪ ਕਰਨਾ ਮੇਰਾ ਮਕਸਦ ਹੈ। ਸੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ, ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਅਤੇ ਇੱਕ ਆਪਾਂ ਜਿਹੜੀ ਕੁਇਕ ਰਿਵੀਜ਼ਨ ਜਿਹੜੀ ਆਪਾਂ ਹੁਣ ਇੱਥੇ ਕਰਾਂਗੇ, ਇੱਕ ਕੁਇਕ ਰਿਵੀਜ਼ਨ ਜਿਹਦੇ ਨਾਲ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਸੋ ਇੰਡੀਅਨ ਹਿਸਟਰੀ ਹੈ ਜੀ, 3 ਪਾਰਟਸ ਦੇ ਵਿੱਚ ਵੰਡੀ ਹੋਈ ਹੈ: ਪ੍ਰਾਚੀਨ ਭਾਰਤੀ ਇਤਿਹਾਸ, ਮੱਧਕਾਲੀਨ ਭਾਰਤੀ ਇਤਿਹਾਸ ਅਤੇ ਆਧੁਨਿਕ ਭਾਰਤੀ ਇਤਿਹਾਸ। ਤਿੰਨਾਂ ਦੇ ਵਿੱਚ ਵੰਡੀ ਹੋਈ ਇਹਦਾ ਸਮਾਂ ਪਤਾ ਹੋਣਾ ਚਾਹੀਦਾ। ਅਨਨੋਨ ਤੋਂ ਲੈ ਕੇ 712, ਮੱਧਕਾਲੀਨ 713 ਤੋਂ 1707, ਆਧੁਨਿਕ ਭਾਰਤੀ ਇਤਿਹਾਸ 1708 ਤੋਂ 1947। ਟਾਈਮ ਪਤਾ ਲੱਗ ਗਿਆ। ਠੀਕ ਹੈ, ਜਿਹੜੀ ਵੰਡ ਕੀਤੀ ਹੋਈ ਹੈ, ਜਿਹੜੀਆਂ ਘਟਨਾਵਾਂ ਘਟੀਆਂ ਨੇ, ਜੇ ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਵਾਲੀਆਂ ਜਿਹੜੀਆਂ ਘਟਨਾਵਾਂ, ਉਹਨਾਂ ਨੂੰ ਇੱਕ ਜਿਹੜਾ ਪਾਰਟਸ ਦੇ ਵਿੱਚ ਜਿਹੜਾ ਰੱਖਿਆ ਗਿਆ। ਪ੍ਰਾਚੀਨ ਭਾਰਤੀ ਇਤਿਹਾਸ ਦੇ ਵਿੱਚ ਕੀ ਸੀਗੇ ਜੀ, ਇੱਥੇ ਕੀ ਸੀਗਾ ਜੀ, ਲੋਕਲ ਰਾਜੇ ਸੀਗੇ। ਠੀਕ ਹੈ, ਇੱਥੇ ਜਿਹੜਾ ਸੀਗਾ ਜ਼ਮੀਨੀ ਖੇਤਰ ਤੋਂ ਜਿਹੜੇ ਹਮਲੇ ਆ ਉਹ ਹੋਏ ਸੀਗੇ, ਜ਼ਮੀਨੀ ਖੇਤਰ ਤੋਂ ਹਮਲੇ। ਠੀਕ ਹੈ, ਜ਼ਮੀਨੀ ਖੇਤਰ ਤੋਂ ਹਮਲੇ ਹੋਏ ਸੀਗੇ। ਅਤੇ ਮੈਡੇਵਲ ਦੇ ਵਿੱਚ ਕੀ ਸੀਗਾ ਜੀ, ਇੱਥੇ ਜਿਹੜਾ ਸੀ ਵਪਾਰ ਕਰਨ, ਇੱਕ ਤਾਂ ਜਿਹੜੇ ਲੋਕ ਆਏ ਸੀ ਉਹ ਵੱਸ ਗਏ ਸੀ ਭਾਰਤ ਦੇ ਵਿੱਚ, ਹੈ ਨਾ ਜੀ, ਅਤੇ ਇੱਕ ਜਿਹੜੇ ਸੀਗੇ ਲੋਕ ਜਿਹੜੇ ਉਹ ਸਮੁੰਦਰੀ ਰਸਤਿਆਂ ਤੋਂ ਆਉਣੇ ਜਿਹੜੇ ਸਟਾਰਟ ਹੋ ਗਏ ਸੀਗੇ। ਠੀਕ ਹੈ, ਇਹ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ, ਸਮੁੰਦਰੀ ਰਸਤਿਆਂ ਤੋਂ ਆਉਣੇ ਜਿਹੜੇ ਸਟਾਰਟ ਹੋਏ ਸੀਗੇ। ਠੀਕ ਹੈ, ਇਹ ਤੁਹਾਨੂੰ ਜਿਹੜੀਆਂ ਕਲੀਅਰ ਗੱਲਾਂ। ਨੈਕਸਟ ਆ ਜਾਓ, ਆਪਾਂ ਕੁਇਕ ਰਿਵੀਜ਼ਨ ਕਰਨੀ ਹੈ। ਠੀਕ ਹੈ ਜੀ, ਇਹਦੇ ਵਿੱਚ ਲੋਕ ਰਾਜੇ ਸੀ, ਰਾਜੇ ਕਿਹੜੇ ਸੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। 16 ਮਹਾਜਨਪਦ, ਮੌਰੀਆ ਰਾਜ ਸੀ, ਗੁਪਤ ਕਾਲ ਸੀ, ਕੁਸ਼ਾਣ ਵੰਸ਼ ਸੀ, ਵਰਧਨ ਵੰਸ਼ ਸੀਗਾ। ਅਤੇ ਪਹਿਲਾ ਜਿਹੜਾ ਹਮਲਾ ਕੀਤਾ ਸੀ ਉਹ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ, ਦਾਹਿਰ ਨੂੰ ਹਰਾ ਦਿੱਤਾ ਸੀ ਸਿੰਧ ਦੇ ਵਿੱਚ, ਅਤੇ ਇੱਥੇ ਜਿਹੜੀ ਵਿਦੇਸ਼ੀਆਂ ਦੇ ਰਾਜ ਦੀ ਸ਼ੁਰੂਆਤ ਹੋ ਗਈ ਸੀ। ਫਿਰ 713 ਦੇ ਵਿੱਚ, ਉਸ ਤੋਂ ਬਾਅਦ ਤਾਂ ਬਹੁਤ ਸਾਰੇ ਹਮਲੇ ਭਾਰਤ 'ਤੇ ਹੋਏ ਜ਼ਮੀਨੀ ਖੇਤਰ ਤੋਂ। ਮੁਹੰਮਦ ਗਜ਼ਨਵੀ ਨੇ ਹਮਲਾ ਕੀਤਾ, ਮੁਹੰਮਦ ਗੌਰੀ ਨੇ, ਤੈਮੂਰ ਨੇ ਹਮਲਾ ਕੀਤਾ। ਠੀਕ ਹੈ, ਇੱਥੇ ਜਿਹੜੀ ਸੀ ਇਹ ਜਿਹੜਾ ਸਮਾਂ ਕਾਲ ਸੀ ਮੱਧਕਾਲੀਨ ਦੇ, ਦਿੱਲੀ ਸਲਤਨਤ ਦਾ ਰਾਜ ਰਿਹਾ, ਮੁਗਲ ਸਲਤਨਤ ਦਾ ਰਾਜ ਰਿਹਾ। ਅਤੇ ਮੁਗਲ ਸਲਤਨਤ ਦਾ ਜਿਹੜਾ ਰਾਜਾ ਸੀ ਉਹ ਅੰਗਰੇਜ਼, ਜਦੋਂ ਉਹਦੀ ਮੌਤ ਹੋ ਗਈ ਔਰੰਗਜ਼ੇਬ, ਤਾਂ ਉਦੋਂ ਹੀ ਜਿਹੜਾ ਇਸ ਇਤਿਹਾਸ ਦਾ ਅੰਤ ਹੋ ਗਿਆ। ਫਿਰ ਵਪਾਰ ਕਰਨ ਲਈ ਆਏ ਸੀ ਲੋਕ, ਉਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸਮੁੰਦਰੀ ਖੇਤਰ ਤੋਂ, ਇਲਾਕਿਆਂ ਤੋਂ ਲੋਕ ਆਏ। ਠੀਕ ਆ, ਉਹ ਐਂਟਰ ਹੋਣੇ ਸਟਾਰਟ ਹੋ ਗਏ। ਉਹ ਆਧੁਨਿਕ ਭਾਰਤੀ ਇਤਿਹਾਸ ਸੀ। ਅਤੇ ਇਹਦਾ ਅੰਤ 1947 ਦੀ, ਜਦੋਂ 1947 ਦੇ ਵਿੱਚ ਜੋ ਦੇਸ਼ ਆਜ਼ਾਦ ਹੋਇਆ, ਉਹਦੇ ਨਾਲ ਇਹਦੀ ਜਿਹੜਾ ਅੰਤ ਹੈ ਉਹ ਹੋ ਗਿਆ ਸੀਗਾ। ਠੀਕ ਹੈ, ਇਹ ਹੈਗਾ ਜੀ ਬਸ ਸੌਖਾ ਜਿਹਾ ਹੈਗਾ ਟੌਪਿਕ, ਜਿਹਦੇ ਵਿੱਚ ਪਾਰਟਸ ਦੱਸੇ ਆ। ਠੀਕ ਹੈ, 1947 ਇੰਡੀਆ ਅੰਤ ਕਿਵੇਂ ਹੋਇਆ ਸੀ, ਮੁਹੰਮਦ ਬਿਨ ਕਾਸਿਮ ਦੇ ਨਾਲ, ਪ੍ਰਾਚੀਨ ਦਾ ਮੁਹੰਮਦ ਬਿਨ ਕਾਸਿਮ ਦੇ ਹਮਲੇ ਦੇ ਨਾਲ। ਠੀਕ ਹੈ, ਇਹਦਾ ਜਿਹੜਾ ਅੰਤ ਹੋਇਆ ਸੀ ਔਰੰਗਜ਼ੇਬ ਦੀ ਮੌਤ ਦੇ ਨਾਲ। ਠੀਕ ਹੈ, ਅਤੇ ਇਹਦਾ ਜਿਹੜਾ ਮਾਡਰਨ ਇੰਡੀਅਨ ਹਿਸਟਰੀ ਦਾ ਜਦੋਂ ਦੇਸ਼ ਆਜ਼ਾਦ ਹੋਇਆ ਸੀ। ਠੀਕ ਹੈ, ਬਸ ਸਮਾਂ ਪਤਾ ਹੋਣਾ ਚਾਹੀਦਾ, ਕਿਹੜੇ ਰਾਜੇ ਸੀ ਉਸ ਟਾਈਮ ਦੇ ਵਿੱਚ, ਅਤੇ ਕਦੋਂ ਉਹਦਾ ਅੰਤ ਹੋਇਆ ਸੀ, ਅਤੇ ਤਰੀਕਾ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਇਹ ਸੀਗਾ ਜੀ ਤੁਹਾਡਾ ਟੌਪਿਕ। ਬਾਕੀ ਹੋਰ ਵੀ ਵੀਡੀਓਜ਼ ਤੁਹਾਡੇ ਲਈ ਮੈਂ ਅਪਲੋਡ ਕਰਦੀ ਰਹਾਂਗੀ। ਸਿਰਫ ਤੁਹਾਡੀ ਹੈਲਪ ਕਰਨਾ ਹੀ ਮੇਰਾ ਮਕਸਦ ਹੈ। ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਸੋ ਥੈਂਕਸ ਫॉर ਵਾਚਿੰਗ ਜੀ। ਅਤੇ ਪਲੇਲਿਸਟ ਦੇ ਵਿੱਚ ਤੁਹਾਨੂੰ ਵੀਡੀਓ ਮਿਲ ਜਾਵੇਗੀ।